ਵਸਦਾ ਕਾਗਦ ਜਿਉ ਕਰੋ ਹਰ ਜਸ ਲਿਖਣ ਨ ਜਾਏ। ਵਸਦਾ ਕਾਗਦ ਜਿਉ ਕਰੋ ਹਰ ਜਸ ਲਿਖਣ ਨ ਜਾਏ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਾਜ਼ੂਰੀ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰ ਅੰਦਰ ਜੁੜ ਬੈਠ ਕੇ ਮਾਲਕ ਦੀ ਸਿਫਤ ਸਲਾਹ ਰੱਬੀ ਬਾਣੀ ਦੇ ਕੀਰਤਨ ਨਾਲ ਆਪ ਜੀਆਂ ਨੇ ਸਾਂਝ ਪਾਈ ਹੈ। ਸਾਧ ਸੰਗਤ ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਮਨੋ ਬਿਰਤੀਆਂ ਨੂੰ ਇਕਾਗਰ ਕਰੋ। ਅੱਜ ਦੇ ਇਸ ਪਾਵਨ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਜੀ ਨੇ ਜੋ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਇਆ ਹੈ, ਉਸ ਪਾਵਨ ਬਚਨ ਨਾਲ ਸਾਂਝ ਕਰੀਏ ਜੀ। ਸਤਨਾਮ ਵਾਹਿਗੁਰੂ ਜੀ। ਫਰੀਦਾ ਕੋਠੇ ਧੁੱਕਣ ਕੀਤੜਾ ਫਿਰ ਨਿੰਦੜੇ ਨਿਵਾਰ ਜੋ ਦੇਹ ਲੱਧੇ ਗਣਵੇ ਗਏ ਵਿਲਾੜ ਵਿਲਾੜ ਜੋ ਦੇਹ ਲੱਧੇ ਗਣਵੇ ਗਏ ਵਿਲਾੜ ਵਿਲਾੜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪਾਵਨ ਸ਼ਲੋਕ ਅੰਦਰ ਬਾਬਾ ਫਰੀਦ ਸਾਹਿਬ ਜੀ ਨੇ ਜੋ ਸ਼ਲੋਕ ਨੰਬਰ 56 ਹੈ, ਰਹਿਮਤ ਕੀਤੀ ਬਾਬਾ ਫਰੀਦ। ਧੂਕਣ ਤੋਂ ਭਾਵ ਉਸ ਦੇ ਉੱਪਰ ਦੌੜ, ਕੇਤੜਾ ਤੋਂ ਭਾਵ ਕਿਤਨੀ। ਕਹਿੰਦੇ ਨੇ ਜੇ ਤੂੰ ਆਪਣੀ ਉੱਚੀ ਇਮਾਰਤ ਦੇ ਉੱਪਰ, ਕੋਠੇ ਦੇ ਉੱਪਰ ਦੌੜ ਵੀ ਲਏ ਤੇ ਕਿਤਨੀ ਕੁ ਦੌੜ, ਕਿਤਨੇ ਕਦਮਾਂ ਦੀ ਦੌੜ ਉਸ ਛੱਤ ਦੇ ਉੱਪਰ, ਕੋਠੇ ਦੇ ਉੱਪਰ ਕਰੇਗਾ। ਕਿਉਂਕਿ ਹੋ ਸਕਦਾ ਹੈ ਕਿ ਕਿਸੇ ਦੀ ਛੱਤ 100 ਗਜ ਦੀ ਹੋਏ, ਕਿਸੇ ਦੀ 200 ਗਜ ਦੀ ਹੋਏ, 500 ਗਜ ਦੀ ਹੋਏ, 1000 ਗਜ ਦੀ ਹੋਏ, ਪਰ ਅਖੀਰ ਉਹਦਾ ਓੜਕ, ਉਹਦਾ ਅੰਤ ਤੇ ਆਏਗਾ ਹੀ ਨਾ। ਕੁਝ ਕਦਮਾਂ ਤੋਂ ਬਾਅਦ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੋਠੇ ਉੱਪਰ ਦੌੜਦਿਆਂ ਹੋਇਆਂ ਦੂਸਰਾ ਬਨੇਰਾ ਜਾਂ ਦੂਸਰਾ ਸਿਰਾ ਆਏਗਾ ਹੀ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੋਠੇ ਉੱਪਰ ਦੌੜਦਿਆਂ ਹੋਇਆਂ ਜਿਵੇਂ ਦੂਸਰਾ ਸਿਰਾ ਆਇਆ ਨਾ, ਇਸੇ ਤਰ੍ਹਾਂ ਜ਼ਿੰਦਗੀ ਦਾ ਜਦੋਂ ਅਖੀਰਲਾ ਓੜਕ ਆ ਗਿਆ ਤੇ ਜਿਤਨੀ ਮਰਜ਼ੀ ਤੂੰ ਦੌੜ ਕਰੀ ਜਾ, ਭਾਵੇਂ ਤੇਰੀ ਦੌੜ 50 ਸਾਲ ਦੀ ਹੋਏ, ਭਾਵੇਂ ਤੇਰੀ ਦੌੜ 70 ਸਾਲ ਦੀ ਹੋਏ ਤੇ ਭਾਵੇਂ ਤੇਰੀ ਦੌੜ 100 ਸਾਲ ਦੀ ਹੋਏ। ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਫਰੀਦਾ ਕੋਠੇ ਧੁੱਕਣ ਕੀਤੜਾ ਫਿਰ ਨਿੰਦੜੀ ਨਿਵਾਰ। ਫਿਰ ਤੋਂ ਭਾਵਨਾ ਖਸਮ ਵਾਹਿਗੁਰੂ ਵੱਲੋਂ, ਪਰਮੇਸ਼ਰ ਵੱਲੋਂ ਜੋ ਤੂੰ ਗਾਫਲਤਾਈ ਦੀ ਨੀਂਦ ਦੇ ਅੰਦਰ, ਮਾਇਆ ਦੇ ਮੋਹ ਦੀ ਨੀਂਦ ਦੇ ਅੰਦਰ ਸੁੱਤਾ ਹੋਇਆ ਇਨਸਾਨ, ਉਸ ਨੀਂਦ ਨੂੰ ਤੂੰ ਨਿਵਾਰ ਦੇ, ਦੂਰ ਕਰ। ਕਿਉਂਕਿ ਆਖਦੇ ਨੇ ਕਿ ਜੋ ਦੇਹ ਲੱਦੇ ਗਾਣਵੇ, ਜਿਹੜੇ ਦਿਨ ਤੈਨੂੰ ਪ੍ਰਾਪਤ ਹੋਏ ਸਨ, ਮਿਲੇ ਸਨ, ਗਾੜਵੇ ਤੂੰ ਭਾਵ ਉਹ ਦਿਨ ਜਿਹੜੇ ਨੇ ਉਹ ਗੁਜ਼ਰ ਗਏ ਨੇ, ਗਿਣੇ ਹੋਏ ਤੈਨੂੰ ਦਿਨ ਮਿਲੇ ਨੇ। ਜਿਤਨੇ ਵੀ ਸੰਸਾਰ ਦੇ ਅੰਦਰ ਤੈਨੂੰ ਉਮਰ ਮਿਲੀ ਹੈ, ਦਿਨ ਮਿਲੇ ਨੇ, ਉਹ ਗਿਣਤੀ ਦੇ ਦਿਨ ਗਏ ਨੇ। ਗਏ ਵਿਲਾੜ ਵਿਲਾੜ, ਉਹ ਵਿਲਾੜ ਭਾਵ ਕੇ ਛਾਲਾਂ ਮਾਰਦਿਆਂ ਹੋਇਆਂ, ਦੌੜਦਿਆਂ ਹੋਇਆਂ ਉਹ ਸਾਰੇ ਦਿਨ ਗੁਜ਼ਰ ਜਾਣਗੇ। ਇਸ ਲਈ ਅੱਜ ਬਾਬਾ ਫਰੀਦ ਸਾਹਿਬ ਜੀ ਨੇ ਰਹਿਮਤ ਕੀਤੀ, ਆਖਣ ਲੱਗੇ ਕਿ ਜ਼ਿੰਦਗੀ ਦੀ ਇਸ ਛੱਤ ਦੇ ਉੱਪਰ ਦੌੜਦਿਆਂ ਹੋਇਆਂ ਜੀਵਨ ਦਾ ਦੂਸਰਾ ਸਿਰਾ, ਅਖੀਰਲਾ ਸਿਰਾ ਇੱਕ ਦਿਨ ਆਏਗਾ ਹੀ। ਕਿ ਕੋਠੇ ਧੁੱਕਣ ਕੀਤੜਾ, ਕਿਤਨੇ ਦਿਨ ਤੂੰ ਕੋਠੇ ਦੇ ਉੱਪਰ ਦੌੜ ਲਏਗਾ, ਦੂਸਰਾ ਸਿਰਾ ਤੇ ਆਣਾ ਹੀ ਹੈ। ਇਸ ਲਈ ਫਰੀਦਾ ਫਿਰ ਨਿੰਦੜੀ ਨਿਵਾਰ। ਰੱਬ ਵੱਲੋਂ ਜੋ ਗਾਫਲਤਾਈ ਦੀ ਨੀਂਦ ਦੇ ਅੰਦਰ, ਮਾਇਆ ਦੀ ਨੀਂਦ ਦੇ ਅੰਦਰ ਸੁੱਤਾ ਹੋਇਆ ਹੈ ਨਾ, ਉਸ ਨੀਂਦ ਨੂੰ ਨਿਵਾਰ ਦੇ।
ਸੋ ਦੇ ਲੱਧੇ ਗਾਣਵੇ ਜਿਹੜੇ ਦਿਨ ਗਿਣਤੀ ਦੇ ਮਿਲੇ ਸਨ ਉਹ ਤੇ ਗਏ ਵਿਲਾੜ ਵਿਲਾੜ ਛਾਲਾਂ ਮਾਰਦਿਆਂ ਹੋਇਆਂ ਬਤੀਤ ਹੋ ਗਏ ਨੇ। ਤੇ ਧੰਨ ਗੁਰੂ ਤੇਗ ਬਹਾਦਰ ਸੱਚੀ ਸਰਕਾਰ ਜਿਨ੍ਹਾਂ ਦੇ ਇਹ ਪਾਵਨ ਬਚਨ ਨੇ ਉਹ ਆਖਦੇ ਨੇ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। हे ਪ੍ਰਾਣੀ, ਨਿਸ ਦਿਨ ਰਾਤ ਦਿਨ ਉਸ ਮਾਲਿਕ ਦੇ ਪਰਮੇਸ਼ਰ ਦੇ ਨਾਮ ਨੂੰ ਚੇਤਿਆ ਕਰ, ਸਿਮਰਿਆ ਕਰ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਓਤ ਬਿਹਾਤ ਹੈ। ਫੂਟੇ ਘਟ ਜਿਉ ਪਾਨੀ, ਛਿਨ ਛਿਨ ਕਰਕੇ ਓਤ ਤੋਂ ਭਾਵਦਾ ਉਮਰ ਜਿਹੜੀ ਹੈ ਉਹ ਗੁਜ਼ਰ ਰਹੀ ਹੈ। ਛਿਨ ਛਿਨ ਓਤ ਬਿਹਾਟ ਹੈ, ਫੂਟੇ ਘਟ ਜਿਉ ਪਾਨੀ, ਜਿਵੇਂ ਫੁੱਟੇ ਹੋਏ ਘੜੇ ਦੇ ਵਿੱਚ ਪਾਣੀ ਨਹੀਂ ਟਿਕਦਾ, ਇਸੇ ਤਰ੍ਹਾਂ ਇਹ ਸਰੀਰ ਰੂਪੀ ਕਾਚੇ ਕਰਵੇ ਦੇ ਵਿੱਚ ਛਿਨ ਛਿਨ ਕਰਕੇ ਤੇਰੇ ਸਵਾਸ ਜਿਹੜੇ ਨੇ ਉਹ ਵੀ ਲੰਘੀ ਜਾ ਰਹੇ ਨੇ, ਉਹ ਵੀ ਗੁਜ਼ਰ ਰਹੇ ਨੇ। ਇਸ ਲਈ ਪਰਮਾਤਮਾ ਵੱਲੋਂ ਤੂੰ ਗਾਫਲਤਾਈ ਦੀ ਨੀਂਦ ਅੰਦਰ ਨਾ ਸੋ। ਜਿਸ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਵੇਂ 10 ਅਵਸਥਾ ਅੰਦਰ ਬਿਆਨ ਕੀਤਾ ਹੈ, ਪਰ ਇਹ ਨਾ ਹੋਏ ਸਾਰੀਆਂ ਅਵਸਥਾਵਾਂ ਦੁਨੀਆ ਦੇ ਸੁੱਖਾਂ ਦੇ ਵਿੱਚ ਮਾਇਆ ਦੀ ਗਫਲਤ ਦੀ ਨੀਂਦ ਅੰਦਰ ਹੀ ਗੁਜ਼ਰ ਜਾਣ। ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ। ਗੁਰਦੇਵ ਆਖਦੇ ਨੇ ਕਿ ਦੇਖੋ, ਮਨੁੱਖ ਨੇ ਦੁਕਾਨ ਤੋਂ ਬੜਾ ਕੀਮਤੀ ਵਸਤਰ ਖਰੀਦ ਕੇ ਲੈ ਕੇ ਆਂਦਾ, ਉਸ ਵਸਤਰ ਦੀ ਬੜੀ ਕੀਮਤ ਹੈ ਤੇ ਬੜੇ ਸਦਰਾਂ ਦੇ ਨਾਲ ਬੜੀ ਕੀਮਤ ਦੇ ਕੇ ਉਹ ਵਸਤਰ ਆਪਣੇ ਤਨ ਦੇ ਉੱਪਰ ਪਾਇਆ ਵੀ, ਪਰ ਉਹ ਤਨ ਦੇ ਉੱਪਰ ਪਾਇਆ ਹੋਇਆ ਕਪੜਾ ਵਸਤਰ ਕਿਤਨੇ ਦਿਨ ਚੱਲਿਆ? 2-4 ਦਿਨ ਚੱਲਣ ਤੋਂ ਬਾਅਦ ਮਨੁੱਖ ਕਹਿੰਦਾ ਹੈ ਕਿ ਹੁਣ ਇਹ ਕਪੜਾ ਪੁਰਾਣਾ ਹੋ ਗਿਆ, ਉਹ ਤਨ ਦੇ ਉੱਪਰ ਫਿਰ ਨਵੇਂ ਵਸਤਰ ਪਾਉਂਦਾ ਹੈ। ਬੜਾ ਕੀਮਤੀ ਵਸਤਰ ਸੀ, ਬੜੀਆਂ ਸਦਰਾਂ ਦੇ ਨਾਲ ਖਰੀਦ ਕੇ ਲੈ ਕੇ ਆਂਦਾ। ਤੇ ਦੇਖੋ, ਬਚਪਨ ਦੇ ਅੰਦਰ ਮਨੁੱਖ ਜਿਨ੍ਹਾਂ ਬੱਚਿਆਂ ਖਿਡੌਣਿਆਂ ਦੇ ਨਾਲ ਖੇਡਦਾ ਹੈ, ਮਾਂ ਦੀ ਮਮਤਾ ਐਸੀ ਹੈ ਕਿ ਬੱਚਾ ਭਾਵੇਂ ਵੱਡਾ ਹੋ ਜਾਏ, ਮਾਂ ਉਹਨਾਂ ਖਿਡੌਣਿਆਂ ਨੇ ਸਾਂਭ ਕੇ ਰੱਖਦੀ ਹੈ। ਭਾਵੇਂ ਬੱਚੇ ਦੀ ਉਮਰ ਹੁਣ ਵਡੇਰੀ ਹੋ ਗਈ ਹੋਏ, ਪਰ ਮਾਂ ਪਿਆਰ ਦੇ ਉਹਨਾਂ ਖਿਡੌਣਿਆਂ ਨੂੰ ਸਾਂਭ ਕੇ ਰੱਖਦੀ ਹੈ। ਜਿਸ ਕੱਪੜੇ ਦੇ ਅੰਦਰ ਪਹਿਲੀ ਵਾਰ ਬੱਚੇ ਨੂੰ ਪਾਇਆ ਹੋਏ, ਰੱਖਿਆ ਹੋਏ, ਮਾਂ ਉਸ ਕੱਪੜੇ ਨੂੰ ਬੜੇ ਸਦਰਾਂ ਦੇ ਨਾਲ ਸਾਂਭਦੀ ਹੈ। ਜਿਸ ਪੈਨਸਲ ਦੇ ਨਾਲ, ਜਿਸ ਪੈਨ ਦੇ ਨਾਲ ਬੱਚੇ ਨੇ ਪਹਿਲੀ ਵਾਰ ਕੁਝ ਲਿਖਿਆ ਹੋਏ, ਮਾਂ ਇੱਥੋਂ ਤੱਕ ਉਹਨਾਂ ਨੂੰ ਵੀ ਸਾਂਭ ਕੇ ਰੱਖਦੀ ਹੈ। ਪਰ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਜੈਸੇ ਬਸਤਰ ਦੇਹ ਉਡਾਨੇ। ਗੁਰੂ ਅਰਜੁਨ ਦੇਵ ਪਾਤਸ਼ਾਹ ਆਖਦੇ ਨੇ ਕਿ ਜਿਸ ਤਰ੍ਹਾਂ ਬਸਤਰ ਦੇਹ ਦੇ ਉੱਪਰ ਉਡਾਏ ਗਏ, ਦਿਨ 2-4 ਪੋਰਾਹਾ, 2-4 ਦਿਨਾਂ ਬਾਅਦ ਭਾਵ ਕਿ ਕੁਝ ਸਮੇਂ ਬਾਅਦ ਉਹ ਜਿਹੜਾ ਬਸਤਰ ਹੈ ਉਹ ਪੁਰਾਹਾ ਹੋ ਜਾਂਦਾ ਹੈ, ਭਾਵ ਕਿ ਭੁਰ ਜਾਂਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਛਿਜ ਜਾਂਦਾ ਹੈ। ਕੱਪੜਾ ਕੁਝ ਸਮਾਂ, ਕੁਝ ਸਾਲਾਂ ਬਾਅਦ ਜੇ ਉਸ ਦੀ ਵਰਤੋਂ ਨਾ ਕੀਤੀ ਜਾਵੇ ਤੇ ਸੱਚ ਹੈ ਕਿ ਕੱਪੜਾ ਰੱਖਿਆ ਹੋਇਆ ਘਰ ਦੇ ਅੰਦਰ ਵੀ ਛਿਜਣ ਲੱਗ ਜਾਂਦਾ ਹੈ। ਹੱਥ ਲਾਣ ਦੀ ਦੇਰ ਹੈ, ਉਹ ਕੱਪੜਾ ਛਿਜਣਾ ਸ਼ੁਰੂ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਇਹ ਸਰੀਰ ਵੀ ਇੱਕ ਕੱਪੜੇ ਦੀ ਤਰ੍ਹਾਂ ਹੈ, ਇਹ ਵੀ ਸਮੇਂ ਦੇ ਨਾਲ ਇਸ ਨੇ ਵੀ ਛਿਜਣਾ ਹੈ। ਜੈਸੇ ਬਸਤਰ ਦੇਹ ਉਡਾਨੇ, ਦਿਨ 2-4 ਪੁਰਾਹਾ। ਤੇ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਭੀਤ ਉਪਰੇ ਕੇਤਕ ਧਾਈ ਹੈ। ਭੀਤ ਕਿਹਾ ਜਾਂਦਾ ਹੈ ਕੰਧ ਨੂੰ। ਬਾਬਾ ਫਰੀਦ ਸਾਹਿਬ ਨੇ ਅੱਜ ਕੋਠੇ ਦੀ ਗੱਲ ਕੀਤੀ ਕਿ ਕੋਠੇ ਢੁਕਣ ਕਿਤਰਾ, ਕਿ ਕੋਠੇ ਪਰ ਕਿਤਨਾ ਕੁ ਦੌੜਦਾ ਹੈ, ਇੱਕ ਦਿਨ ਅੰਤ ਆਏਗਾ ਉਸ ਛੱਤ ਦਾ। ਕੁਝ ਕਦਮਾਂ ਤੋਂ ਬਾਅਦ ਉਸ ਛੱਤ ਦਾ ਅੰਤ ਆਣਾ ਹੈ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਭੀਤ ਉਪਰੇ ਕੇਤਕ ਧਾਈ ਹੈ। ਉਸ ਬਣੀ ਹੋਈ ਦੀਵਾਰ ਦੇ ਉੱਪਰ ਤੁਸੀਂ ਦੇਖਿਆ ਹੋਵੇਗਾ, ਬੱਚੇ ਦੀਵਾਰਾਂ ਉੱਪਰ ਦੌੜਦੇ ਫਿਰਦੇ ਨੇ। ਤੇ ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਭੀਤ ਉਪਰੇ ਕੇਤਕ ਧਾਈਐ, ਅੰਤ ਔਰ ਕੋ ਆਹ। ਅੰਤ ਤੇ ਉਸ ਦੀਵਾਰ ਦਾ ਵੀ ਆਣਾ ਹੈ। ਤੇ ਸੱਚ ਹੈ, ਇਸ ਜ਼ਿੰਦਗੀ ਦਾ ਵੀ ਇੱਕ ਦਿਨ ਅੰਤ ਆਣਾ ਹੈ, ਜਦੋਂ ਇਹ ਤਨ ਸੰਸਾਰ ਦੇ ਚੋਂ ਕੂਚ ਕਰਕੇ ਜਦੋਂ ਆਤਮਾ ਨੇ ਉਡਾਰੀ ਮਾਰਨੀ ਤੇ ਇਹ ਤਨ ਮਿੱਟੀ ਵਿੱਚ, ਸ਼ਮਸ਼ਾਨ ਦੇ ਵਿੱਚ ਮਿੱਟੀ ਬਣ ਕੇ ਰੱਖ ਜਾਏਗਾ। ਸਤਿਗੁਰੂ ਮਹਾਰਾਜ ਅੱਜ ਬਾਬਾ ਫਰੀਦ ਸਾਹਿਬ ਨੇ ਜੋ ਰਹਿਮਤ ਕੀਤੀ ਹੈ, ਆਖਦੇ ਨੇ ਕਿ 4 ਦਿਨਾਂ ਦੀ ਖੇਲ ਹੈ ਤੇ 4 ਦਿਨਾਂ ਅੰਦਰ ਇਹ ਇਨਸਾਨ
ਜਿੱਥੇ ਦੁਨੀਆ ਦੀਆਂ ਦੌੜਾਂ ਦੇ ਵਿੱਚ ਤੂੰ ਲੱਗਾ ਹੋਇਆ ਹੈ, ਕਿਧਰੇ ਉਸ ਮਾਲਕ ਦੇ ਨਾਮ ਨੂੰ ਵੀ ਆਪਣੇ ਹਿਰਦੇ ਵਿੱਚ ਕਮਾ ਸਕੇ, ਰੱਬ ਦੀ ਬੰਦਗੀ ਦੇ ਨਾਲ ਤੂੰ ਸਾਂਝ ਪਾ ਸਕੇ। ਇੱਕ ਪੌੜੀ ਭਾਈ ਗੁਰਦਾਸ ਜੀ ਦੀ, ਜੋ ਬਹੁਤ ਹੀ ਵਾਰ ਜਦੋਂ ਦੀਵਾਲੀ ਦੇ ਦਿਨ ਹੁੰਦੇ ਨੇ ਤੇ ਹਰ ਇੱਕ ਗੁਰੂ ਘਰ ਦੇ ਵਿੱਚ ਉਹ ਪੌੜੀ ਜਾਂ ਉਹ ਸ਼ਬਦ ਰੂਪ ਦੇ ਜੋ ਭਾਈ ਗੁਰਦਾਸ ਜੀ ਦੀ ਪੌੜੀ ਹੈ ਉਹ ਗਾਈ ਜਾਂਦੀ ਹੈ। ਹਾਲਾਂਕਿ ਉਸਦਾ ਦੀਵਾਲੀ ਦੇ ਨਾਲ ਕੋਈ ਸੰਬੰਧ ਨਹੀਂ, ਪਰ ਉਸਦੇ ਦੀਵਾਲੀ ਸ਼ਬਦ ਵਰਤਿਆ ਗਿਆ, ਇਸ ਲਈ ਬਾਰ-ਬਾਰ ਦੀਵਾਲੀ ਦੇ ਦਿਨਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਉਹ ਸ਼ਬਦ, ਉਹ ਪੌੜੀ ਭਾਈ ਸਾਹਿਬ ਜੀ ਦੀ ਗਾਈ ਜਾਂਦੀ ਹੈ। ਉਹਦਾ ਸਿਧਾਂਤ ਭਾਈ ਗੁਰਦਾਸ ਜੀ ਜੋ ਪ੍ਰਗਟ ਕਰਦੇ ਨੇ, ਆਖਦੇ ਨੇ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਜਿਵੇਂ ਦੀਵਾਲੀ ਤੋਂ ਪਹਿਲਾਂ ਵੀ ਹਨੇਰੀ ਰਾਤ ਸੀ, ਕੁੱਪ ਹਨੇਰਾ ਸੀ, ਤੇ ਦੀਵਾਲੀ ਦੇ ਬਾਅਦ ਵੀ ਹਨੇਰਾ ਰਹਿਣਾ ਹੈ। ਤੇ ਸੱਚ ਇਹ ਹੈ ਕਿ ਜਿਸ ਦੀਵਾਲੀ ਦੀ ਮਨੁੱਖ ਨੇ ਬੜੇ ਦਿਨਾਂ ਤੋਂ ਤਿਆਰੀ ਕੀਤੀ, ਦੀਵਾਲੀ ਨੇ ਅਜੇ ਆਣਾ ਹੈ, ਉਸ ਤੋਂ ਪਹਿਲਾਂ ਕਈ ਮਹੀਨੇ ਪਹਿਲੇ ਮਨੁੱਖ ਤਿਆਰੀ ਸ਼ੁਰੂ ਕਰ ਦਿੰਦਾ ਹੈ। ਤੇ ਜਿਸ ਦਿਨ ਦੀਵਾਲੀ ਦਾ ਦਿਨ ਹੈ ਉਹਨੇ ਦੀਵੇ ਬਾਲੇ, ਪਰ ਉਹਨਾਂ ਦੀਵਿਆਂ ਦੀ ਕਿਤਨੀ ਕੁ ਮਨਿਆਦ ਹੈ, ਕਿਤਨਾ ਉਹਨਾਂ ਨੇ ਪ੍ਰਕਾਸ਼ ਕੀਤਾ। 2-3 ਘੰਟੇ ਦੀਵੇ ਜਗੇ, ਉਸ ਤੋਂ ਬਾਅਦ ਫਿਰ ਹਨੇਰਾ ਹੈ। ਭਾਈ ਗੁਰਦਾਸ ਜੀ ਆਖਦੇ ਨੇ ਕਿ 3 ਘੰਟਿਆਂ ਬਾਅਦ ਦੀਵਾਲੀ ਦੀ ਰਾਤ ਬਾਹਰ ਜਾ ਕੇ ਦੇਖਿਆ ਤੇ ਕੀ ਦੇਖਦੇ ਨੇ ਕਿ ਅਜੇ ਵੀ ਮੱਸਿਆ ਦੀ ਕਾਲੀ ਰਾਤ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਹਿਲੇ ਸੀ, ਬਲਕਿ ਉਸ ਦੀਵਿਆਂ ਦੇ ਨਾਲ ਬਾਹਰ ਧੂਆਂ ਇਤਨਾ, ਪੋਲੂਸ਼ਨ ਇਤਨਾ ਹੋ ਗਿਆ ਹੈ। ਆਖਦੇ ਨੇ ਕਿ ਉਹ ਦੀਵੇ ਜੋ ਜਗੇ ਕੇਵਲ 2-3 ਘੰਟੇ ਲਈ ਪ੍ਰਕਾਸ਼ ਕੀਤਾ, ਸਦਾ ਲਈ ਨਹੀਂ। ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਆਖਦੇ ਨੇ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਦੇਖਿਆ ਆਕਾਸ਼ ਵੱਲ ਤੇ ਤਾਰੇ ਟਿਮਟਿਮਾ ਰਹੇ ਸਨ, ਮਨੋ ਆਕਾਸ਼ ਜਿਹੜਾ ਹੈ ਤਾਰਿਆਂ ਦੇ ਨਾਲ ਜਗਮਗਾ ਰਿਹਾ ਸੀ। ਪਰ ਕਿਤਨੇ ਕੁ ਪਲਾਂ ਵਿੱਚ, ਥੋੜੀ ਦੇਰ ਬਾਅਦ ਜਦੋਂ ਸੂਰਜ ਦਾ ਪ੍ਰਕਾਸ਼ ਚੜ੍ਹਿਆ, ਸੂਰਜ ਚੜ੍ਹਿਆ ਤੇ ਸਾਰੇ ਤਾਰੇ ਜੋ ਨਜ਼ਰ ਆ ਰਹੇ ਸਨ ਹੁਣ ਅਲੋਪ ਹੋ ਗਏ, ਉਹ ਦਿਸਣੇ ਹੋਏ ਬੰਦ ਹੋ ਗਏ। ਜੋ ਤਾਰੇ ਟਿਮਟਿਮਾ ਰਹੇ ਸਨ ਕਿ ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਸਵੇਰੇ ਬੜੇ ਸੋਹਣੇ ਫੁੱਲ ਖਿੜੇ, ਖਾਸ ਕਰਕੇ ਬਸੰਤੀ ਰੁੱਤ ਦੇ ਵਿੱਚ, ਤੇ ਮਨੁੱਖ ਨੇ ਉਹਨਾਂ ਫੁੱਲਾਂ ਨੂੰ ਤੋੜ ਕੇ ਆਪਣੇ ਘਰ ਦੇ ਵਿੱਚ ਲੈ ਕੇ ਆਂਦਾ, ਬੜਾ ਸੋਹਣਾ ਆਪਣੇ ਘਰ ਦੇ ਉਹਨਾਂ ਨੂੰ ਸਜਾਇਆ ਵੀ। ਪਰ ਜਿਹੜੇ ਫੁੱਲ ਸਵੇਰੇ ਖਿੜੇ ਹੋਏ ਸਨ, ਸ਼ਾਮ ਹੁੰਦਿਆਂ ਤੱਕ ਮੁਰਝਾ ਗਏ, ਤੇ ਮਨੁੱਖ ਨੇ ਉਹਨਾਂ ਫੁੱਲਾਂ ਨੂੰ ਆਪਣੇ ਘਰ ਦੇ ਚੋਂ ਚੁੱਕਿਆ ਔਰ ਘਰ ਦੇ ਚੋਂ ਬਾਹਰ ਜਾ ਕੇ ਉਹਨਾਂ ਫੁੱਲਾਂ ਨੂੰ ਸੁੱਟਦਾ। ਕਿਸੇ ਨੇ ਪੁੱਛਿਆ, ਭਈ ਸਵੇਰੇ ਤੂੰ ਬੜੇ ਚਾਅ ਦੇ ਨਾਲ ਲੈ ਕੇ ਆਏ, ਅੱਜ ਸ਼ਾਮਾਂ ਨੂੰ ਬਾਹਰ ਸੁੱਟ ਲਗਾ? ਕਹਿਣ ਲੱਗਾ ਕਿ ਹੁਣ ਇਹ ਮੁਰਝਾ ਗਏ ਨੇ। ਉਹਨਾਂ ਫੁੱਲਾਂ ਦੀ ਕਿਤਨੀ ਕੁ ਮਨਿਆਦ ਹੈ। ਭਾਈ ਗੁਰਦਾਸ ਜੀ ਆਖਦੇ ਨੇ ਕਿ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਤੀਰਥ ਜਾਤੀ ਜਾਤ ਨੈਣ ਨਿਹਾਲੀਆਂ। ਜਿਹੜੇ ਤੀਰਥਾਂ ਦੇ ਉੱਪਰ ਜਾਂਦੇ ਨੇ ਤੇ ਤੀਰਥਾਂ ਦੇ ਉੱਪਰ ਜਾਣ ਵਾਲੇ, ਉੱਥੇ ਮੇਲੇ ਲੱਗਦੇ ਸਨ, ਤੇ ਜਦੋਂ ਮੇਲਾ ਲੱਗਣਾ, ਲੋਕਾਂ ਨੇ ਮੇਲਿਆਂ ਦੇ ਜਾ ਕੇ ਪਹਿਲਾਂ ਜਾ ਕੇ ਜਗ੍ਹਾ ਮੱਲ ਲੈਣੀ, ਆਪਣੀਆਂ ਆਪਣੀਆਂ ਦੁਕਾਨਾਂ ਲਗਾਉਣੀਆਂ। ਕਿਸੇ ਨੇ ਮਿੱਠੇ ਦੀ ਦੁਕਾਨ ਲਗਾਣੀ, ਕਿਸੇ ਨੇ ਚੂੜੀਆਂ ਦੀ ਦੁਕਾਨ ਲਗਾਣੀ, ਕਿਸੇ ਨੇ ਖਿਡੌਣਿਆਂ ਦੀ ਦੁਕਾਨ ਲਗਾਣੀ ਕਿ ਮੇਲਾ ਲੱਗੇਗਾ, 4 ਬੰਦੇ ਆਣਗੇ, ਖਰੀਦ ਕੇ ਕੁਝ ਲੈ ਕੇ ਜਾਣਗੇ। ਪਰ ਜਿਹੜਾ ਮੇਲਾ ਤਕਰੀਬਨ ਸ਼ਾਮ ਨੂੰ 5 ਵਜੇ ਸ਼ੁਰੂ ਹੋਇਆ, 8-9 ਵਜੇ ਤੱਕ ਸਾਰੇ ਆਪਣਾ ਆਪਣਾ ਸਮਾਨ ਚੁੱਕ ਕੇ ਲੈ ਕੇ ਚਲੇ ਗਏ। 8 ਵਜੇ ਬਾਅਦ, 9 ਵਜੇ ਬਾਅਦ ਕੋਈ ਉੱਥੇ ਮੇਲਾ ਨਹੀਂ, ਸਾਰੇ ਆਪੋ ਆਪਣੀ ਘਰਾਂ ਦੇ ਚਲੇ ਗਏ। ਭਾਈ ਗੁਰਦਾਸ ਜੀ ਕਹਿੰਦੇ ਕਿ 2-3 ਘੰਟਿਆਂ ਦਾ ਉਹ ਤੀਰਥਾਂ ਦਾ ਮੇਲਾ ਸੀ, ਹੁਣ ਉੱਥੇ ਕੋਈ ਨਜ਼ਰ ਨਹੀਂ ਆ ਰਿਹਾ ਕਿ ਤੀਰਥ ਜਾਤੀ ਜਾਤ ਨੈਣ ਨਿਹਾਲੀਆਂ। ਅੱਗੇ ਬੜੀ ਸੋਹਣੀ ਗੱਲ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਹਰ ਚੰਦੋਰੀ ਝਾਤ ਵਸਾਏ ਉਚਾਲੀਆਂ। ਹਰ ਚੰਦੋਰੀ ਆਕਾਸ਼ ਦੇ ਵਿੱਚ ਜਦੋਂ ਬੱਦਲ ਉੱਡਦੇ ਨੇ ਨਾ, ਤੇ ਕਦੇ ਧਿਆਨ ਦੇ ਨਾਲ ਦੇਖਣਾ, ਇਹ ਮਨੋਕਲਪਿਤ ਗੱਲ ਜਿਸ ਨੂੰ ਭਾਈ ਗੁਰਦਾਸ ਜੀ ਨੇ ਵੀ ਗੱਲ ਕੀਤੀ ਹੈ, ਇਸ ਦੀ ਇਹ ਕਲਪਨਾ ਹੈ। ਤੇ ਗੁਰਬਾਣੀ ਅੰਦਰ ਵੀ ਹਰ ਚੰਦੋਰੀ ਦਾ ਜ਼ਿਕਰ ਆਏ।
कि जदों आकाश वाल देखो बदल चढ़े होण ते इवें लगदा है कि हरी चंद दी नगरी है, हरी चंद राजे दा सिंघासन लगा होया है, उहदे रथ ने, उहदे घोड़े ने। पर देखदियां देखदियां हवा दे नाल वो बदल एक थां तो दूसरे थां दे चले गए। जिहड़ा हर चंदोरी हरी चंद दी नगरी नज़र आंदी सी, हुण वो नज़र नहीं आ रही। भाई गुरदास जी आखते हैं कि हर चंदोरी झात वसाए उचालियन, अखीलियां पंक्तियां अंदर फिर निचोड़ करते हैं, आखते हैं कि गुरमुख सुख फलदात शब्द संभालियन, जिन्हां ने गुरु के शब्द नूं संभालिया है, गुरु के शब्द नाल सांझ पाई है, असल दे विच ओही गुरमुख सुख फलदात सुखां दी फल दी मालिक दे नाम दी दात प्राप्त करते हैं। जो अज भाई गुरदास ने आख्या कि पिर निंदड़ी निवार के मालिक वालों जो गफलत की नींद अंदर सुता हुए हैं, गुरु के शब्द जुड़ के मालिक के नाम नूं अपने जीवन का आधार बना। ये ना होए सारी आरबला तेरी इसे तरह गुजर जाए। दाने मनुख एक गाथा सुनाया करते सन। वो कहते हैं कि एक बच्चा चंचल बिरती का दरवेश के कोल गया ते साध संगत असी भी जो गुरु घर आइए ना, अपनी चंचलता नूं त्याग के गुरु के कीर्तन दे नाल, वाहिगुरु दी सिफत सलाह दे नाल जुड़िए। ये ना होए कि धार्मिक स्थान दे विच भी आके बाहरों चक्कर लगा के चले गए। जिस लई गुरु घर बने सन, इन्हां दा पहला नाम सी धर्मसाल, जिथे धर्म सिखिया जाता है, धर्म की विद्या प्राप्त होंदी है। ते उत्थे आके गुरु के शब्द नाल सांझ पाई जाए, ना कि बाहरों चक्कर लगाया। ते कई बंदे आके चक्कर ला के चले गए, भाई हाँ गुरु घर गए हाँ, मंदिर दे गए हाँ, मस्जिद गए हाँ, पर जो उपदेश सी उन्हों जीवन धारण ही नहीं किया। इसे तरह वो मनुख चंचल बिरती का दरवेश दे कोल जाना, फकीर दे कोल ते मजाक करके समा पास करके आ जाना। हुण दरवेश का समझाण का अपना ही तरीका। एक दिन कहन लगा कि मैं शहर जा रहा। बच्चे ने कहा मैं शहर जा रहा, शहर भाव के बाजार जा रहे हैं। दरवेश कहन लगा फिर एक गल करी कि मेरे वास्ते भी 3 चीज़ां लैके आई, तो कलम दवात शाही जड़ी है वो लै, मैं कुछ चीज़ां लिखवावांगा वो लैके आई। वो बंदा कहन लगा कि मेरी बड़ी उज्जल मत है, तुसीं दसो मैनूं याद रहेगा। दरवेश कह लगा नहीं जी तुसी लिख लियो। उन्हें एक कागज चुकिया, पेन चुकिया, लिखन लगा। तो आखन लगा पहली गल है या पहला समान है घटे घटे। वो कहने लगा एक ही चीज है, कहने लगा तू लिख ले। पहली चीज है घटे घटे, दूसरी चीज है वधे ही वधे, ते तीसरी चीज है ना वधे ना घटे। ये 3 चीज़ां लैके आई। वो बच्चा गया बाजार दे विच, शहर गया, सारियां दुकानां दे विच गया, सोचिया कि हो सकता है पंसारी दी दुकान दे विचों कोई जड़ी बूटी होए ते उस कोलों मिल जाए। पंसारी कोल गया ते पंसारी कहन लगा कि तेरा किसी ने मजाक कीता है, ये चीज़ां है ही नहीं। मन ये सोचता है कि रोज मैं दरवेश नूं तंग करता रहा, अज दरवेश ने मेरा मजाक उड़वाया है बाजार दे विच। बड़ा गुस्सा भी है। वापस जा रहा सी ते एक होर फकीर की झुग्गी मिली, सोचिया पानी दियां 2 बूंदां पी लिया। पानी पीण लई जदों दरवेश दे कोल, फकीर दे कोल रुकिया ते डरदियां होइयां पुछ लिया कि मैं 3 चीज़ां पुछण आया सी पर मैनूं मिलिया नहीं। उस फकीर ने कहा किहड़ियां चीज़ां ने? आखन लगा पहली चीज है घटे घटे, दूसरी चीज है वधे वधे, ते तीसरी चीज है ना वधे ना घटे। वो फकीर पहला ते हसिया, फिर बड़ा गमगीन हो गया। वो आखन लगा जिसने पूछिया ना वो पहुंचया हुआ कोई पीर फकीर है, ते इसका भाव है इसका। वो आखन लगे पहला जो शब्द उसने लिखे आ कि घटे घटे, उसका जवाब ये है कि उम्र उम्र जड़ी है घटी जा रही है।
ਜਿਸ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਖਿਆ ਕਿ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਓਦ ਬਿਹਾਤ ਹੈ। ਛਿਨ ਛਿਨ ਕਰਕੇ ਉਮਰ ਜਿਹੜੀ ਹੈ ਉਹ ਬਿਹਾਤ ਗੁਜ਼ਰ ਰਹੀ ਹੈ, ਘਟ ਰਹੀ ਹੈ। ਕਬੀਰ ਸਾਹਿਬ ਆਖਦੇ ਨੇ ਕਿ ਜਨਨੀ ਜਾਨ ਸੁਧ ਵੱਡਾ ਹੋਤ ਹੈ, ਇਤਨਾ ਕੂ ਨਾ ਜਾਣੇ ਕਿ ਦਿਨ ਦਿਨ ਓਦ ਘਟਤ ਹੈ। ਦਿਨ ਦਿਨ ਕਰਕੇ ਉਮਰ ਜਿਹੜੀ ਹੈ ਘਟੀ ਜਾ ਰਹੀ ਹੈ। ਪਿਆਰ ਦੇ ਚ ਮਾਂ ਕਹਿੰਦੀ ਹੈ ਕਿ ਮੇਰਾ ਬੱਚਾ ਵੱਡਾ ਹੋ ਰਿਹਾ ਹੈ, ਪਰ ਸੱਚ ਤੇ ਇਹ ਹੈ ਕਿ ਹਰ ਇੱਕ ਸਵਾਸ ਦੇ ਨਾਲ, ਹਰ ਇੱਕ ਘੰਟੇ ਦੇ ਨਾਲ, ਹਰ ਇੱਕ ਮਿੰਟ ਦੇ ਨਾਲ, ਹਰ ਇੱਕ ਦਿਨ ਦੇ ਨਾਲ ਮਨੁੱਖ ਦੀ ਉਮਰ ਘਟ ਰਹੀ ਹੈ। ਵਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਉਮਰ ਰੂਪੀ ਨਦੀ ਵਹਿੰਦੀ ਜਾ ਰਹੀ ਹੈ, ਇਹ ਘਟੀ ਜਾ ਰਹੀ ਹੈ। ਜਿਸ ਨੂੰ ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਕਟੈ ਤਨ ਛੀਜੈ, ਕਾਲ ਅਹੇਰੀ ਫਿਰੇ ਬਦਿਕ ਜਿਉ, ਕਹੋ ਕਵਨ ਵਿਦ ਕੀਜੈ, ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਣਤਾ, ਕਹੋ ਕਉ ਹੈ ਕਾਕਾ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਉਮਰ ਘਟੀ ਜਾ ਰਹੀ ਹੈ। ਤੇ ਉਹ ਦਰਵੇਸ਼ ਨੇ ਆਖਿਆ ਕਿ ਜਿੱਥੇ ਲਿਖਿਆ ਨਾ ਘਟੇ ਘਟੇ, ਉਹਦੇ ਸਾਹਮਣੇ ਲਿਖਦੇ ਉਮਰ। ਫਿਰ ਅੱਗੇ ਸੀ ਵਧੇ ਵਧੇ, ਵਧੇ ਵਧੇ ਤੋਂ ਭਾਵ ਹੈ ਕਿ ਤ੍ਰਿਸ਼ਨਾ ਜਿਹੜੀ ਹੈ, ਵਾਸ਼ਨਾ ਜਿਹੜੀ ਹੈ ਉਹ ਵਧੀ ਜਾ ਰਹੀ ਹੈ। ਮਨੁੱਖ ਦੀ ਤ੍ਰਿਸ਼ਨਾ ਦਿਨੋਂ ਦਿਨ ਵਧੀ ਜਾ ਰਹੀ ਹੈ। ਜਿਸ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਇਸ ਤਰ੍ਹਾਂ ਆਖਦੇ ਨੇ ਕਿ ਸਹਿਸ ਘਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਭਾਵੇ, ਕਿ ਸਹਿਜ ਖਟ ਲਏ ਹਜ਼ਾਰਾਂ ਕਮਾ ਲਏ। ਲੱਖਾਂ ਦੀ ਦੌੜ ਹੈ, ਲੱਖਾਂ ਕਮਾ ਲਏ ਤੇ ਫਿਰ ਕਰੋੜਾਂ ਦੀ ਦੌੜ ਹੈ। ਤ੍ਰਿਸ਼ਨਾ ਕਦੇ ਵੱਧਦੀ ਜਾਂਦੀ ਹੈ, ਇਹ ਤ੍ਰਿਸ਼ਨਾ ਘਟਦੀ ਨਹੀਂ। ਇਸ ਲਈ ਵਧਣ ਦੇ ਅੱਗੇ ਲਿਖ ਲੈ ਤ੍ਰਿਸ਼ਨਾ। ਤੇ ਅਖੀਰਲਾ ਸਵਾਲ ਸੀ ਨਾ ਵਧੇ ਨਾ ਘਟੇ, ਉਹਨੇ ਸਵਾਸ। ਜਿਤਨੇ ਸਵਾਸ ਨਿਰੰਕਾਰ ਨੇ ਬਖਸ਼ਿਸ਼ ਕੀਤੇ ਨੇ, ਉਤਨੇ ਜੀਵ ਸੰਸਾਰ ਤੋਂ ਆ ਕੇ ਭੋਗਣੇ ਨੇ। ਮਹਾਰਾਜ ਬਾਣੀ ਅੰਦਰ ਆਖਦੇ ਨੇ ਮਰਨ ਲਿਖਾਏ ਮੰਡਲ ਮੈਂ ਆਏ। ਉਤਨੇ ਸਵਾਸ ਸੰਸਾਰ ਦੇ ਵਿੱਚ ਆ ਕੇ ਜੀਵ ਇਹ ਇਨਸਾਨ ਤੈਨੂੰ ਭੋਗਣੇ ਪੈਣਗੇ। ਪਰ ਇਹ ਨਾ ਹੋਏ ਇਹ ਸਾਰੇ ਸਵਾਸ ਜੋ ਅੱਜ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ ਫਰੀਦਾ, ਕੋਠੇ ਧੁੱਕਣ ਕੇਤੜਾ, ਕੋਠੇ ਉੱਪਰ ਕਿਤਨੀ ਕੁ ਦੇਰ ਤੋਂ ਦੌੜ ਲਗਾਏਗਾ। ਇੱਕ ਦਿਨ ਕੁਝ ਕਦਮਾਂ ਦੇ ਫਾਸਲੇ ਤੋਂ ਬਾਅਦ ਓੜਕ ਆ ਜਾਏਗਾ, ਜ਼ਿੰਦਗੀ ਦਾ ਵੀ ਇੱਕ ਦਿਨ ਓੜਕ ਆ ਜਾਏਗਾ। ਫਿਰ ਨਿੰਦੜੀ ਨਿਵਾਰ ਪਰਮਾਤਮਾ ਵੱਲੋਂ ਜੋ ਗਫਲਤ ਦੀ ਨੀਂਦ ਅੰਦਰ, ਤੂੰ ਗਾਫਲ ਦੀ ਨੀਂਦ ਅੰਦਰ ਸੁੱਤਾ ਹੋਏ, ਰੱਬ ਨੂੰ ਕਦੇ ਯਾਦ ਨਹੀਂ ਕਰਦਾ। ਉਸ ਪ੍ਰਭੂ ਨੂੰ ਯਾਦ ਕਰ, ਉਸ ਪਰਮਾਤਮਾ ਨੂੰ ਚੇਤੇ ਕਰ। ਬਾਬਾ ਫਰੀਦ ਸਾਹਿਬ ਨੇ ਤਾਂ ਹੀ ਆਪਣੀ ਬਾਣੀ ਅੰਦਰ ਰਹਿਮਤ ਕੀਤੀ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਸ਼ੇਖ ਹਯਾਤੀ ਜਗ ਨਾ ਕੋਈ ਥਰ ਰਹਿਆ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਜਿਸ ਆਸਨ ਪਰ ਬੈਠੇ ਆ, ਕਿਤਨੇ ਬਹਿ ਕੇ ਚਲੇ ਗਏ, ਕਿਤਨਿਆਂ ਨੇ ਹੋਰ ਬਹਿਣਾ, ਕੋਈ ਸਦਾ ਰਹਿਣ ਵਾਲਾ ਨਹੀਂ। ਤੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਬਾਬਾ ਫਰੀਦ ਸਾਹਿਬ ਨੇ। ਆਖਦੇ ਨੇ ਕਿ ਕਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ। ਆਖਦੇ ਕਿ ਕਤਕ ਦਾ ਮਹੀਨਾ ਆਇਆ ਤੇ ਕੂੰਜਾਂ ਜੜੀਆਂ ਨੇ ਆ ਕੇ ਟਿਕ ਜਾਂਦੀਆਂ ਨੇ, ਕਿਉਂਕਿ ਕੂੰਜਾਂ ਜੋ ਪੰਛੀ ਹੈ ਉਹ ਠੰਡੀਆਂ ਥਾਵਾਂ ਦੇ ਠੰਡੇ ਇਲਾਕੇ ਦੇ ਵਿੱਚ ਨਹੀਂ ਰਹਿੰਦਾ। ਜਿੱਥੇ ਠੰਡ ਥੋੜੀ ਘੱਟ ਹੁੰਦੀ ਹੈ ਉੱਥੇ ਆ ਕੇ ਟਿਕ ਜਾਂਦੇ ਨੇ। ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਉਹ ਸਦਾ ਰਹਿਣ ਵਾਲੀਆਂ ਨਹੀਂ। ਕੁਝ ਦਿਨਾਂ ਤੋਂ ਬਾਅਦ, ਕੁਝ ਸਮੇਂ ਤੋਂ ਬਾਅਦ ਉਹਨਾਂ ਨੇ ਉਡਾਰੀ ਮਾਰ ਜਾਣਾ, ਚਲੇ ਜਾਣਾ, ਤੇ ਫਿਰ ਪਤਾ ਨਹੀਂ ਉਹਨਾਂ ਨੇ ਵਾਪਸ ਆਣਾ ਵੀ ਹੈ ਕਿ ਨਹੀਂ ਆਣਾ। ਇਸੇ ਤਰ੍ਹਾਂ ਮਨੁੱਖ ਤੋਂ ਸੰਸਾਰ ਰੂਪੀ ਧਰਤੀ ਪਰ ਆਏ, ਪਤਾ ਨਹੀਂ ਵਾਪਸ ਤੇਰਾ ਜਨਮ ਹੋਏ ਨਾ ਹੋਏ। ਕਤਕ ਕੂੰਜਾਂ, ਕੂੰਜਾਂ ਕਤਕ ਦੇ ਮਹੀਨੇ ਵਿੱਚ ਆਈਆਂ, ਪਰ ਲੋਕਾਂ ਨੇ ਸੋਚਿਆ ਇਹ ਇੱਥੇ ਨਾ ਰਹਿਣ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਕੁਝ ਦਿਨਾਂ ਲਈ, ਸਦਾ ਵਸਤੇ ਨਹੀਂ। ਚੇਤ ਡੋ, ਚੇਤ ਕਿਹਾ ਜਾਂਦਾ ਚੇਤ ਦਾ ਮਹੀਨਾ ਅਤ ਦਾ ਗਰਮ ਹੈ। ਡੋ ਤੋਂ ਭਾਵ ਜੰਗਲ ਦੇ ਜਦੋਂ ਅੱਗ ਲੱਗ ਜਾਂਦੀ ਹੈ, ਜਦੋਂ ਬਾਂਸ ਅੱਗ ਆਪਸ ਹੀ ਰੜਦੇ ਨੇ ਜਦੋਂ, ਤੇ ਉਹਨਾਂ ਦੇ ਚੋਂ ਅਗਨ ਪੈਦਾ ਹੁੰਦੀ ਹੈ ਤੇ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਵੀ ਕਰ ਦਿੰਦੀ ਹੈ। ਪਰ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਚੇਤ ਦੇ ਮਹੀਨੇ ਅੰਦਰ ਜੰਗਲ ਵਿੱਚ ਅੱਗ ਲੱਗੀ, ਪਰ ਪਾਣੀ ਦੀਆਂ ਬੂੰਦਾਂ ਪਈਆਂ, ਜਦੋਂ ਪਾਣੀ ਦੀਆਂ ਬਾਰਿਸ਼ ਦੀਆਂ ਬੂੰਦਾਂ ਦੇ ਨਾਲ ਉਹ ਅੱਗ ਬੁਝ ਗਈ। ਇਹ ਨੇ ਕਿ ਉਹ ਅੱਗ ਬਲਦੀ ਹੀ ਰਹੇ, 2 ਪਾਣੀ ਦੀਆਂ ਬੂੰਦਾਂ ਨੇ ਅੱਗ ਨੂੰ ਬੁਝਾ ਕੇ ਰੱਖ ਦਿੱਤਾ।
ਸਾਵਣ ਬਿਜਲੀਆਂ ਤੇ ਸਾਵਣ ਦਾ ਮਹੀਨਾ ਆਇਆ। ਸਾਵਣ ਦੇ ਮਹੀਨੇ ਅੰਦਰ ਬਿਜਲੀਆਂ ਬੜੀਆਂ ਲਿਸ਼ਕਦੀਆਂ ਨੇ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜਿਤਨਾ ਲਿਸ਼ਕਣਾ ਹੈ, ਚਮਕਣਾ ਹੈ, ਚਮਕ ਲੈਣ। ਜਦੋਂ ਭਾਦੋ ਦਾ ਮਹੀਨਾ ਆਏਗਾ ਇਹਨਾਂ ਦੇ ਚਮਕਣਾ ਵੀ ਬੰਦ ਹੋ ਜਾਣਾ ਹੈ। ਬਾਬਾ ਫਰੀਦ ਸਾਹਿਬ ਦੇ ਬਚਨ ਨੇ, ਉਹ ਆਖਦੇ ਨੇ ਕਿ ਕੱਤਕ ਕੂੰਜਾ ਚੇਤ ਡੋ, ਸਾਵਣ ਬਿਜਲੀਆਂ ਸਿਆਲੇ ਸੁਹੰਦੀਆਂ। ਫਿਰ ਗੱਲ ਬਾਹੜੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਦੇ ਪਤੀ ਪ੍ਰਦੇਸ਼ਾਂ ਦੇ ਵਿੱਚ ਨੇ, ਸਿਆਲ ਦੇ ਵਿੱਚ ਸਰਦੀ ਦੇ ਦਿਨਾਂ ਦੇ ਉਹਨਾਂ ਨੇ ਆਣਾ, ਕੁਝ ਦਿਨ ਨਾਲ ਰਹਿਣਾ, ਫਿਰ ਪ੍ਰਦੇਸ਼ ਚਲੇ ਜਾਣਾ, ਸਦਾ ਵਸਤੇ ਨਹੀਂ, ਕੁਝ ਮਹੀਨਿਆਂ ਲਈ, ਕੁਝ ਦਿਨਾਂ ਲਈ ਪ੍ਰਦੇਸ਼ ਤੋਂ ਆਣਾ ਤੇ ਫਿਰ ਵਪਾਰ ਕਰਨ ਲਈ ਚਲੇ ਜਾਣਾ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਗੰਢੇਦਿਆਂ 6 ਮਾਹ। ਬੜੀ ਕਮਾਲ ਦੀ ਪੰਕਤੀ ਹੈ। ਮਾਤਾ ਦੇ ਗਰਭ ਦੇ ਵਿੱਚ ਬੱਚੇ ਨੂੰ ਬਣਦਿਆਂ ਹੋਇਆਂ ਅੰਗ 6 ਮਹੀਨੇ ਲੱਗ ਜਾਂਦੇ ਨੇ। ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਗੰਢੇਦਿਆਂ 6 ਮਾਹ, ਤੁੜੰਦਿਆਂ ਇੱਕ ਖਿਨੋ, ਕਿ ਇੱਕ ਖਿਨ ਦੇ ਅੰਦਰ ਹੀ ਉਹ ਨਾਸ਼ ਹੋ ਜਾਂਦਾ ਹੈ, ਪਰ ਜੁੜਦਿਆਂ ਹੋਇਆਂ ਉਹਦੇ ਅੰਗ ਪੂਰੇ ਹੁੰਦਿਆਂ 6 ਮਹੀਨੇ ਲੱਗ ਜਾਂਦੇ ਨੇ। ਇਹਨੇ ਅੱਜ ਬਾਬਾ ਫਰੀਦ ਸਾਹਿਬ ਨੇ ਰਹਿਮਤ ਕੀਤੀ ਕਿ ਕੇਤਿਆ ਕਿ हे ਫਰੀਦ ਕੋਠੇ ਧੁੱਕਣ ਕੇਤੜਾ, ਫਿਰ ਨਿੰਦੜੀ ਨਿਵਾਰ। ਪਰਮਾਤਮਾ ਵੱਲੋਂ ਜੋ ਗਫਲਤ ਆਈ ਦੀ ਨੀਂਦ ਅੰਦਰ ਤੂੰ ਸੁੱਤਾ ਹੋਏ। ਤਾਂ ਹੀ ਗੁਰੂ ਤੇਗ ਬਹਾਦਰ ਨੇ ਆਖਿਆ ਕਿ ਜਾਗ ਲਿਹੋ ਰੇ ਮਨਾ, ਜਾਗ ਲਿਹੋ। ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ, ਸੋ ਪੀ ਸੰਗ ਨਾ ਹੋਇਆ। ਜਿਹੜਾ ਤਨ ਨਾਲ ਉਪਜਿਆ ਸੀ, ਸੱਚ ਤੇ ਇਹ ਹੈ ਕਿ ਇਸ ਨੇ ਵੀ ਨਾਲ ਨਹੀਂ ਜਾਣਾ। ਗੁਰਦੇਵ ਦੀ ਇੱਕ ਪਾਵਨ ਪੰਕਤੀ ਨਾਲ ਸਾਂਝ ਕਰਕੇ ਮੈਂ ਸਮਾਪਤੀ ਕਰਾਂ। ਗੁਰਦੇਵ ਨੇ ਪਾਵਨ ਬਾਣੀ ਅੰਦਰ ਆਖਿਆ ਕਿ ਨੈਣੋ ਨੀਂਦ, ਅੱਖਾਂ ਦੇ ਵਿੱਚ ਨੀਂਦ ਹੈ, ਪਰ ਮਨੁੱਖ ਆਖਦਾ ਹੈ ਕਿ ਮਨੁੱਖ ਤੇ ਜਾਗ ਰਿਹਾ ਹੈ, ਨੀਂਦ ਕਿੱਥੇ ਹੈ? ਸਤਿਗੁਰ ਮਹਾਰਾਜ ਆਖਦੇ ਨੇ ਕਿ ਅੱਖਾਂ ਸੁੱਤੀਆਂ ਹੋਈਆਂ ਨੇ। ਲੋਕਾਂ ਦੇ ਭਾਵ ਮਨੁੱਖ ਤੁਰਦਾ ਫਿਰਦਾ ਹੈ, ਜਾਗ ਰਿਹਾ, ਪਰ ਸੱਚ ਤੇ ਇਹ ਹੈ ਕਿ ਮਨੁੱਖ ਸੁੱਤਾ ਹੋਇਆ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਈ ਦ੍ਰਿਸ਼ਟੀ ਦੇ ਵਿੱਚ ਵਿਕਾਰ ਟਿਕੇ ਹੋਏ ਨੇ ਕਿ ਪਰਾਏ ਤਨ ਨੂੰ ਦੇਖ ਕੇ ਤੇ ਪਰਾਏ ਧਨ ਨੂੰ ਦੇਖ ਕੇ। ਇਸ ਜੀਵਨ ਦੇ ਅੰਦਰ ਮਹਾਰਾਜ ਆਖਦੇ ਨੇ ਕਿ ਗਫਲਤ ਤਾਇਨ ਦੀ ਨੀਂਦ, ਵਿਕਾਰਾਂ ਦੀ ਨੀਂਦ ਟਿਕੀ ਹੋਈ ਹੈ। ਲੋਕਾਂ ਦੇ ਭਾਵ ਅੱਖਾਂ ਖੁੱਲੀਆਂ ਹੋਈਆਂ ਨੇ, ਮਨੁੱਖ ਜਾਗ ਰਿਹਾ ਹੈ, ਪਰ ਸਤਿਗੁਰ ਮਹਾਰਾਜ ਆਖਦੇ ਨੇ ਕਿ ਨੈਣੋ ਨੀਂਦ, ਅੱਖਾਂ ਦੇ ਵਿੱਚ ਨੀਂਦ ਹੈ ਕਿਹੜੀ? ਗਫਲਤ ਦੀ, ਵਿਕਾਰਾਂ ਦੀ ਨੀਂਦ ਹੈ। ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਪਰਾਈ ਤਨ ਨੂੰ ਦੇਖ ਕੇ, ਪਰਾਏ ਤਨ ਨੂੰ ਦੇਖ ਕੇ ਉਹਦੀ ਦ੍ਰਿਸ਼ਟੀ ਅੰਦਰ ਵਿਕਾਰ ਨੇ। ਸਰਵਣ ਸੋਏ, ਕੰਨ ਵੀ ਸੁੱਤੇ ਹੋਏ ਨੇ। ਸਰਵਣ ਸੋਏ, ਸੁਣ ਨਿੰਦ ਵਿਚਾਰ, ਨਿੰਦਿਆ ਦੇ ਅੰਦਰ, ਚੁਗਲੀ ਦੇ ਅੰਦਰ ਇਹ ਕੰਨ ਵੀ ਜਿਹੜੇ ਨੇ ਰੱਬ ਦੀ ਸਿਫਤ ਸਲਾਹ ਵੱਲੋਂ ਸੁੱਤੇ ਹੋਏ ਨੇ ਤੇ ਇਹਨਾਂ ਦੇ ਅੰਦਰ ਵਿਕਾਰ ਟਿਕੇ ਹੋਏ ਨੇ, ਨਿੰਦਿਆ ਟਿਕੀ ਹੋਈ ਹੈ। ਅੱਗੇ ਗੁਰਦੇਵ ਆਖਦੇ ਨੇ ਕਿ ਰਸਨਾ ਸੋਈ, ਲੋਭ ਮਿੱਠੇ ਸਵਾਦ। ਰਸਨਾ ਜਿਹੜੀ ਪ੍ਰਭੂ ਦੇ ਗੁਣ ਗਾਣ ਲਈ ਮਾਲਕ ਨੇ ਦਿੱਤੀ ਹੈ, ਇਹ ਲੋਭ ਦੇ ਅੰਦਰ, ਮਿੱਠੇ ਸਵਾਦਾਂ ਦੇ ਅੰਦਰ ਟਿਕੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ, ਮਨ ਵੀ ਸੁੱਤਾ ਹੋਇਆ ਹੈ, ਮਾਇਆ ਦੇ ਪਦਾਰਥਾਂ ਦੇ ਸਵਾਦਾਂ ਦੇ ਵਿੱਚ ਟਿਕਿਆ ਹੋਇਆ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਗੁਰਦੇਵ ਆਖਦੇ ਨੇ ਕਿ ਹਿਰਦੇ ਰੂਪੀ ਘਰ ਦੇ ਅੰਦਰ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹੈ। ਫਿਰ ਉਹ ਪ੍ਰਭੂ ਦੀ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰਦਾ ਹੈ, ਤਾਂ ਉਸ ਨੂੰ ਮਾਲਕ ਦਾ ਉਹ ਨਾਮ ਰੂਪੀ ਮੋਤੀ ਪ੍ਰਾਪਤ ਹੁੰਦਾ ਹੈ।